ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ। ਹੋਂ ਵਾਰ ਵਾਰ ਜਾਉ ਗੁਰ ਗੋਪਾਲ ਮੋਏ ਨਿਰਗੁਣ ਤੁਮ ਪੂਰਨ ਦਾਤੇ। ਦੀਨਾ ਨਾਥ ਦਿਆਲ ਊਠਤ ਬੈਠਤ ਸੋਵਤ ਜਾਗਤ ਜੀ ਪ੍ਰਾਣ ਤਨ ਮਾਲ। ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ। ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦਾ ਬਖਸ਼ਿਸ਼ ਰਹਿਮਤ ਤਰਸ ਹੋਈ ਹੈ, ਆਪ ਸਾਰੇ ਮਾਈ ਭਾਈ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਜਾਗ ਕੇ ਕਰ ਇਸ਼ਨਾਨ। ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਦੇ ਪਵਿੱਤਰ ਮਹਾਵਾਕਾਂ ਅਨੁਸਾਰ ਰੋਜ਼ਾਨਾ ਹਾਜ਼ਰੀ ਭਰਦੇ ਹੋ, ਧੰਤਾ ਦੇ ਯੋਗ ਹੋ। ਅੱਜ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜੋਤੀ ਜੋਤ ਸਮਾਨ ਦਾ ਦਿਵਸ ਅਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦਾ ਅੱਜ ਗੁਰਤਾ ਦਿਵਸ ਹੈ। ਸਾਧ ਸੰਗਤ ਜੀ, ਸੋ ਮਹਾਰਾਜ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਸਾਨੂੰ ਵੀ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਮਹਾਰਾਜ ਕਿਰਪਾ ਕਰਨ ਸਾਡਾ ਉਸ ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਪਿਆਰ ਬਣ ਜਾਵੇ। ਆਓ ਲੜੀਵਾਰ ਜੋ ਚੱਲ ਰਹੀ ਵਿਚਾਰ, ਜੋ ਕਿ 10 ਪੌੜੀਆਂ ਦੇ ਵਿਚਾਰ ਸਤਿਗੁਰੂ ਨੇ ਕਿਰਪਾ ਰਹਿਮਤ ਭਰਿਆ ਹੱਥ ਰੱਖ ਕੇ ਸੇਵਾ ਲਈ ਹੈ। ਅੱਜ 11ਵੀਂ ਪੌੜੀ ਦੀ ਵਿਚਾਰ, ਜਿਹੜੀ ਸੁਣਨ ਦੀਆਂ 4 ਪੌੜੀਆਂ ਹਨ, ਉਹਦੀ ਅੰਤਿਮ ਪੌੜੀ ਹੈ, ਆਖਰੀ ਪੌੜੀ ਹੈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਉਸ ਸਿੱਧਾਂ ਨੂੰ ਉਪਦੇਸ਼ ਦੇ ਰਹੇ ਹਨ। ਸਿੱਧਾਂ ਤੋਂ ਭਾਵ ਕਿ ਸਾਰੀ ਖਲਕਤ ਨੂੰ, ਕਿਉਂਕਿ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਜਦੋਂ ਗੱਲ ਕੋਈ ਮਹਾਂਪੁਰਖ ਨਾਮ ਜਪਣ ਵਾਲੇ ਬੋਲਦੇ ਹਨ ਅਤੇ ਉਸ ਦਾ ਭਾਵ ਹੁੰਦਾ ਹੈ ਕਿ ਸਾਰੀ ਜਹਾਨ ਵਾਸਤੇ ਉਹ ਉਪਦੇਸ਼ ਹੈ। ਤੋ ਗੁਰੂ ਮਹਾਰਾਜ ਅੱਜ ਇਹ ਸੁਣਨ ਦੀ ਪੌੜੀਆਂ ਦੇ ਵਿੱਚ, ਸੁਣਨ ਤੋਂ ਭਾਵ ਅਸੀਂ ਸਮਝ ਕੇ ਆਏ ਸੀ ਕਿ ਖਾਲੀ ਸੁਣਨ ਤੱਕ ਨਹੀਂ, ਉਸ ਨੂੰ ਸਮਝ ਲਈਏ। ਜਿਹੜੀਆਂ ਅਗਲੀਆਂ ਪੌੜੀਆਂ ਆਰੰਭ ਹੋਣੀਆਂ ਨੇ, ਉਹ ਅਗਲਾ ਸਟੈਪ ਹੈ। ਜਦੋਂ ਤੱਕ ਬੰਦਾ ਸੁਣ ਕੇ ਸਮਝਦਾ ਹੈ, ਫਿਰ ਪੌੜੀ ਆਉਂਦੀ ਹੈ ਮੰਨਣ ਦੀ। ਤੋ ਗੁਰੂ ਮਹਾਰਾਜ ਅੱਜ ਅਖੀਰਲੇ ਸੁਣਨ ਦੀ ਪੌੜੀ ਵਿੱਚ ਕੀ ਬਖਸ਼ਿਸ਼ ਕਰ ਰਹੇ ਹਨ, ਆਓ ਸਰਵਣ ਕਰੀਏ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਣਿਆ ਸਰਾਂ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਗੁਰੂ ਸਾਹਿਬ ਕਹਿ ਰਹੇ ਹਨ, ਸੁਣਿਆ ਜਿਹੜਾ ਕੋਈ ਵੀ ਸਰੀਰ
ਸੁਰਤ ਕਰਕੇ ਸੁਣ ਲੇਗਾ, ਮਨ ਕਰਕੇ ਸੁਣ ਲੇਗਾ, ਸਮਝ ਲੇਗਾ, ਉਹਦੇ ਉੱਤੇ ਕਿਹੜੀਆਂ ਬਖਸ਼ਿਸ਼ਾਂ ਹੋਣਗੀਆਂ। ਸਰਾਂ ਗੁਣਾ ਕੇ ਗਾਹ। ਸਰਾਂ ਤੋਂ ਭਾਵ ਹੁੰਦਾ ਹੈ, ਸਰ ਕਹਿੰਦੇ ਨੇ ਸਰੋਵਰ ਨੂੰ, ਸਰਾਂ ਹੋ ਗਿਆ ਪਲੂਰਲ, ਬੜੇ ਸਰੋਵਰਾਂ ਦੀ ਗੱਲ ਹੋ ਰਹੀ ਹੈ। ਜਿਸ ਤਰ੍ਹਾਂ ਕਈ ਗੁਰਦੁਆਰੇ ਸਾਹਿਬ ਹਨ, ਸੰਤੋਖ ਸਰ ਏ, ਰਾਮ ਸਰ ਏ, ਵਿਵੇਕ ਸਰ ਏ, ਕੋਲ ਸਰ ਏ, ਨਾਨਕ ਸਰ ਏ। ਸਰ ਤੋਂ ਭਾਵ ਹੁੰਦਾ ਸਰੋਵਰ, ਤੇ ਸਰਾਂ ਹੋ ਗਿਆ, ਬਹੁਤ ਜ਼ਿਆਦਾ ਸਰੋਵਰਾਂ ਦੀ ਗੱਲ ਹੋ ਰਹੀ ਹੈ। ਤੋ ਮਹਾਰਾਜ ਕਹਿ ਰਹੇ ਨੇ, ਜਿਹੜਾ ਕੋਈ ਮਨ ਕਰਕੇ ਸੁਣੇਗਾ, ਸੁਣਿਆ ਸਰਾਂ ਗੁਣਾ ਦੇ ਸਰੋਵਰ ਕੇ ਗਾਹ ਤੋਂ ਭਾਵ ਕਹਿੰਦੇ ਨੇ ਉਹਨੂੰ ਗਾਹ ਆ ਗਈ ਹੈ, ਸਮਝ ਆ ਜਾਂਦੀ ਹੈ। ਭਾਵ ਕਿ ਪਰਮਾਤਮਾ ਕਿਤਨਾ ਡੂੰਘਾ ਹੈ, ਗੁਰਗਹਿਰਾਈ ਦਾ ਪਰਮਾਤਮਾ ਬਾਰੇ ਸੋਝ ਆ ਜਾਂਦੀ ਹੈ। ਅੰਤ ਨਹੀਂ, ਮਤਲਬ ਇੱਥੇ ਭਾਵ ਹੈ ਕਿ ਪਰਮਾਤਮਾ ਦੇ ਗੁਣਾਂ ਦੀ ਉਸ ਨੂੰ ਸੋਝੀ ਆ ਜਾਂਦੀ ਹੈ। ਕਿਉਂਕਿ ਗੁਰੂ ਜਿਹੜਾ ਹੈ ਉਹ ਸਾਨੂੰ ਪਰਮਾਤਮਾ ਦੇ ਗੁਣਾਂ ਦਾ ਗਿਆਨ ਦਿੰਦਾ ਹੈ। ਹੋਰ ਕਿਸੇ ਕੋਲੋਂ ਇਹ ਗਿਆਨ ਪ੍ਰਾਪਤ ਨਹੀਂ ਹੁੰਦਾ। ਗੁਰੂ ਸਾਹਿਬ ਕਹਿੰਦੇ ਨਾ, ਗੁਰ ਸਾਗਰ ਰਤਨੀ ਭਰਪੂਰੇ। ਗੁਰੂ ਤੇ ਇੱਕ ਸਾਗਰ ਹੈ, ਉਹਦੇ ਵਿੱਚ ਰਤਨ ਭਰੇ ਪਏ ਨੇ ਗੁਣਾਂ ਦੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਜਿਹੜੇ ਤੁਹਾਡੇ ਵਰਗੇ ਨਾਮ ਜਪਣ ਵਾਲੇ ਸੰਤ ਜਨ, ਗੁਰਮੁਖ ਪਿਆਰੇ ਜਿਹੜੇ ਹੁੰਦੇ ਨੇ, ਉਹ ਕੀ ਕਰਦੇ ਨੇ, ਇਸ ਅੰਮ੍ਰਿਤ ਰੂਪੀ ਨਾਮ ਨੂੰ ਚੁਗਦੇ ਨੇ ਔਰ ਦੂਰ ਨਹੀਂ ਰਹਿੰਦੇ ਚੁਗਣ ਵਿੱਚ। ਭਾਵ ਕਿ ਆਲਸ ਨੂੰ ਨੇੜੇ ਨਹੀਂ ਆਉਣ ਦਿੰਦੇ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਹੁਣ ਅੰਮ੍ਰਿਤ ਵੇਲਾ ਹੋ ਗਿਆ ਹੈ, ਇਹ ਸਮਾਂ ਹੁਣ ਗੁਰੂ ਨੂੰ ਦੇਣਾ ਹੈ। ਉਹ ਗੁਰੂ ਦੇ ਸਮੇਂ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ, ਕਿਉਂਕਿ ਉਹਨੂੰ ਪਤਾ ਹੈ ਉਹਨਾਂ ਨੂੰ ਕਿ ਗੁਰੂ ਦਾ ਸਾਗਰ ਹੈ, ਰਤਨਾਂ ਦਾ ਭਰਿਆ ਪਿਆ ਹੈ। ਔਰ ਉਹ ਸੰਤ ਜਨ ਉੱਠ ਕੇ ਪਰਮਾਤਮਾ ਦੀ ਸਿਫਤ ਵਾਸਤੇ, ਜਿਸ ਤਰ੍ਹਾਂ ਹੰਸ ਹੁੰਦੇ ਨਾ, ਉਹ ਚੋਗਾ ਚੁਗਦੇ ਨੇ, ਭਾਵ ਕਿ ਹੀਰੇ ਮੋਤੀ ਚੁਣਦੇ ਨੇ। ਇਸੇ ਤਰ੍ਹਾਂ ਜਦੋਂ ਕੋਈ ਅੰਮ੍ਰਿਤ ਵੇਲੇ ਜਾਗਣਾ ਇੱਕ ਅਲੱਗ ਗੱਲ ਹੈ, ਜਾਗ ਕੇ ਪਰਮਾਤਮਾ ਦੀ ਸਿਫਤ ਕਰਨੀ ਉਹ ਵੱਡੀ ਗੱਲ ਹੈ। ਜਾਗਣ ਵਿੱਚ ਤੇ ਬਹੁਤ ਬੰਦੇ ਜਾਗਦੇ ਨੇ। ਸਵੇਰੇ ਹਲਵਾਈ ਸਾਰੇ ਜਾਗਦੇ ਨੇ, ਜਿਹੜੇ ਸਬਜ਼ੀ ਦਾ ਕੰਮ ਕਰਦੇ ਨੇ, ਮੰਡੀਆਂ ਤੇ ਹੁਣ ਚਲੇ ਜਾਓ, ਬੜੇ ਸਾਰੇ ਜਾਗਦੇ ਹੋਣਗੇ। ਚੋਰ ਵੀ ਜਾਗਦੇ ਨੇ, ਇੱਥੋਂ ਤੱਕ ਚੌਂਕੀਦਾਰ ਵੀ ਜਾਗਦੇ ਨੇ। ਪਰ ਗੱਲ ਮਹਾਰਾਜ ਕਹਿ ਰਹੇ ਨੇ ਕਿ ਉਹ ਜਾਗਣਾ ਤੇ ਇੱਕ ਕਿਰਤ ਹੈ, ਉਹ ਜਾਗਣਾ ਤੇ ਸਵਾਰਥ ਹੈ। ਪਰ ਜਿਹੜੇ ਹੰਸ ਬਿਰਤੀ ਵਾਲੇ ਹੁੰਦੇ ਨੇ, ਉਹ ਚੋਗਾ ਚੁਗਣ ਪਰਮਾਤਮਾ ਦੇ ਹੀਰੇ ਜਵਾਹਰਾਤ। ਜਿਸ ਤਰ੍ਹਾਂ ਹੰਸ ਉਸ ਕਿਨਾਰੇ ਨਦੀ ਤੇ ਜਾ ਕੇ ਤੇ ਫਿਰ ਅੰਦਰੋਂ ਚੋਗ ਚੁਗਦਾ ਹੈ, ਉਸੇ ਤਰ੍ਹਾਂ ਮਹਾਰਾਜ ਕਹਿੰਦੇ ਨੇ, ਹਰ ਰਸ ਚੋਗ ਚੁਗੈ ਹੈ ਪ੍ਰਭ ਭਾਵੈ। ਜਿਹੜੇ ਪ੍ਰਭੂ ਨੂੰ ਚੰਗੇ ਲੱਗਦੇ ਨੇ ਨਾ, ਉਹੀ ਚੋਗ ਚੁਗ ਸਕਦੇ ਨੇ, ਸਾਰੇ ਨਹੀਂ ਚੁਗ ਸਕਦੇ। ਇਹ ਗੱਲ ਨੋਟ ਕਰ ਲਓ। ਪਰਮਾਤਮਾ ਭਾਉਂਦਾ ਹੈ, ਪਰਮਾਤਮਾ ਨੂੰ ਚੰਗਾ ਲੱਗਦਾ ਹੈ ਨਾ, ਉਹਨੂੰ ਹੀ ਉਠਾਉਂਦਾ ਹੈ। ਦਾਤੀ ਸਾਹਿਬ ਸੰਦਿਆਂ ਕਿਆ ਚੱਲੇ ਤਿਸ ਨਾਲ। ਜਿਹੜਾ ਜਿਸ ਨੂੰ ਪ੍ਰਭੂ ਨੂੰ ਚੰਗਾ ਲੱਗਦਾ ਨਾ, ਉਸ ਨੂੰ ਉਠਾਉਂਦਾ ਹੈ। ਕਈ ਪੂਰੀ ਤਿਆਰੀ ਨਾਲ ਬੈਠਦੇ ਨੇ ਪਰ ਨਹੀਂ ਉੱਠ ਪਾਉਂਦੇ। ਇੱਕ ਜਗੰਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਨੂੰ ਉਠਾ ਕੇ ਵੀ ਨਾਮ ਜਪਾ ਲੈਂਦਾ ਹੈ, ਇੱਕ ਨੂੰ ਸੁਆ ਵੀ ਦਿੰਦਾ ਹੈ। ਭਾਵ ਕਿ ਕਈ ਉੱਠ ਕੇ ਵੀ ਸੁੱਤੇ ਰਹਿੰਦੇ ਨੇ ਤੇ ਕਈ ਸੁੱਤੇ ਵੀ ਉੱਠੇ ਜਾਂਦੇ ਨੇ। ਭਾਵ ਕਿ ਉਹਨਾਂ ਦੀ ਬਿਰਤੀ ਪਰਮਾਤਮਾ ਦੇ ਨਾਲ ਜੁੜੀ ਹੁੰਦੀ ਹੈ। ਤੋ ਮਹਾਰਾਜ ਕਹਿੰਦੇ ਨੇ, ਹਰ ਰਸ ਚੋਗ ਚੁਗੇ ਪ੍ਰਭ ਭਾਵੇ, ਸਰਵਰ ਮੇ ਹੰਸ ਪ੍ਰਾਣ ਪਤ ਪਾਵੇ। ਇਸ ਸਿਫਤਾਂ ਦੇ ਸਰੋਵਰ ਵਿੱਚ ਜਿਹੜੇ ਗੁਰਸਿੱਖ ਨੂੰ ਹੰਸ ਨੂੰ ਸੰਗਿਆ ਦਿੱਤੀ ਹੈ, ਭਾਵ ਗੁਰਸਿੱਖ ਸੰਤ ਜਨ ਨਾਮ ਜਪਣ ਵਾਲੇ ਪ੍ਰਾਣਪਤ, ਪਰ ਸਾਡੇ ਪ੍ਰਾਣਾਂ ਦਾ ਪਤੀ, ਸਾਡੇ ਸਵਾਸਾਂ ਦਾ ਪਤੀ ਕੌਣ ਹੈ? ਪਰਮਾਤਮਾ। ਇਸ ਸਰੀਰ ਦੇ ਅੰਦਰ ਪ੍ਰਾਣ ਜਿਹੜੇ ਚੱਲ ਰਹੇ ਨੇ, ਤਾਂ ਹੀ ਅਸੀਂ ਪ੍ਰਾਣੀ ਮੰਨੇ ਆ ਨਾ। ਪ੍ਰਾਣੀ ਕਾਹਦਾ? ਜਦ ਤੱਕ ਪ੍ਰਾਣ ਨੇ। ਜਦੋਂ ਪ੍ਰਾਣ ਪਖੇਰੂ ਨਿਕਲ ਜਾਣਗੇ, ਅਸੀਂ ਫਿਰ ਇੱਕ ਮੁਰਦਾ, ਇੱਕ ਲਾਸ਼ ਹਾਂ।
एक मिट्टी दी ढेरी हाँ। कबीर धूर सकेल के पुड़िया बांधी देह, दिवस चार को पेखना अंत खे की खे। ये अंत वेले खे ही होनी है। तो महाराज कहते ने उस प्राणपति नूं पा लेंदे ने। देखो उठन नाल जिहड़े चोग चुगदे ने, देखो एक रतन कोई समुंदर च अपनी मर्जी नाल नहीं कट सकता। ये परमात्मा की बख्शिश होंदी है, तां ही होंदा है, और है साडे अंदर ही ने। महाराज कहते ने मत विच रतन जवाहर माणिक, जे एक गुर की सिख सुनी। सिख तो भाव सिक्ख्या। जे गुरु की एक सिक्ख्या सुन लीए ना, मत विच रतन जवाहर माणक, ये अंदर जवाल माणक भरे पे ने, हीरे जवरात इस दे अंदर भरे पे ने। भाई गुरदास जी जगह ते कहते ने, जैसे तो सकल निध पूर्ण समुंदर बिखै। जिस तरह समुंदर दे अंदर खजाने भरे पे ने, हंस मर जीवा नेहचे प्रसाद पावे। पर जिहड़े हंस हुंदे ना, उस समुंदर विच तारी ला के, डुब्बी ला के उहदे विचों हीरे जवरात कढ लैंदे ने। पर मेरे वर्गे जिहड़े ने, वो बाहर ही समुंदर दे बाहर ही चक्कर लगांदे रहण ते समुंदर दे विच तारी अंदर डुब्बी ना लाण, उन्हां नूं इह खजाना नहीं मिल सकदा। होर थोड़ा जिहा क्लोज आ जाओ। गुरुद्वारे जाने असीं सारे जाइए, जांदे भी हां, मारे लैके भी जाण। हुण जाके परिक्रमा कर आइए हैं, कई नारियल चढ़ा आंदे ने, हाँ जी, कई बड़े वधिया वधिया वस्त्र दे आंदे ने, अच्छी गल है। खाली गुरु दे अगे अपनी बेनतियां करके परिक्रमा कर करके सानू माफ़ कर देना, प्राणपति नहीं मिलेगा। जद तक बैठ के गुरु की सिक्ख्या असी धारण नहीं करांगे। सतगुर की प्रतीत ना आईयां, शब्द ना लागो भाओ। उसनू सुख ना उपजे, भावें सो गेड़ा आवो जाओ। गुरु अमरदास पातशाह कहते ने, इस तरह तुसी भावें समुंदर दे कोल जाके गुरु महाराज दियां परिक्रमा कर करके आई जाओ, दिन विच 100 वारी भी गेड़ा ला लो ना, तां भी उस प्रभु परमात्मा नूं नहीं पाया जा सकदा। जद तक महाराज कहते ने, तैसे गुरबाणी बिखै सकल पदार्थ है। इसे तरह जिस तरह समुंदर विच जिहड़े ज्यादा गहराई ते जाके अंदरों हीरे मोती कढ लिआंदे ने ना, उसे तरह संगत विच बैठ के तैसे गुरबाणी बिखै सकल पदार्थ। सकल पदार्थ चारों पदार्थ, धर्म अर्थ काम मोक्ष, चार पदार्थ जे को मांगे वाली गल, भाव कि सारे पदार्थ दुनिया दे। तैसे गुरबाणी बिखै सकल पदार्थ है, जोई जोई खोजै सोई सोई निप जावई। जेड़ा जेड़ा भी इस नूं खोजेगा, वो इस गुणा दे सागर नूं, गुणा नूं प्रगट कर देगा, हीरे जवरात कढ के ले आएगा। असी वैसे देखा जाए तो असी संसार विच करन भी इहो ही आए हाँ। आयो सुनन पढ़न को बाणी। असी संसार भी कोई पूछे की करन आए हाँ, जिस जल निध कारण तुम जग आए। जिस कारण विच असी संसार विच आए हैं ना, सो अमृत गुर पाही जियो। वो अमृत गुरु दे कोल है, जिन्हों असी लैण वास्ते सारे संसार विच असी आए हाँ। छोड़ो वेस भेख चतुराई, दुबदा ए फल नाही जियो। भाई छोड़ दो हुण चतराइयां सियाणपां, ये छल कपड़ छोड़ दईए। साडियां भेख जिहड़े असी बनाए हुए ने, बाहर अंदरों मैले बाहरों निर्मल वाली गल, जियों मैले बाहरों निर्मल वाली गल। महाराज कहते ने, ये दुबदा वाली खेड है ना, ये छड्ड दे। मन रे थिर रहो, टिक जाओ। मन नूं कह रहे ने गुरु साहब, गुरु नानक पातशाह कहते मन रे थिर रहो, मत कत जाही जियो। किथे होर मत ना लैके जा, किथे भी। बाहर ढूंढत बहुत दुख पावे। जेड़े भी गुरु की बाणी तो टुट जाते ने, जेड़े गुरु की बाणी नहीं पढ़ते, जेड़े गुरु नूं सिक्ख्या नूं नहीं अडॉप्ट करते,
ਗੁਰੂ ਸਾਹਿਬ ਕਹਿੰਦੇ ਨੇ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਉਹਦੇ ਅੰਮ੍ਰਿਤ ਹਿਰਦੇ ਵਿੱਚ ਹੀ ਸੀ, ਉਹ ਬਾਹਰ ਹੀ ਢੂੰਡਦਾ ਰਹਿ ਗਿਆ। ਤਾਂ ਮਹਾਰਾਜ ਸਾਨੂੰ ਇਸ ਗੱਲ ਦਾ ਸਮਝਾ ਰਹੇ ਨੇ ਕਿ ਉਹ ਪਰਮਾਤਮਾ ਸਾਨੂੰ ਸਾਰਾ ਗਿਆਨ ਹੋ ਗਿਆ ਹੈ ਕਿ ਜਿਹੜਾ ਅਸੀਂ ਪੜ੍ਹ ਕੇ ਆਏ ਹਾਂ ਨਾ ਪਿੱਛੇ, ਤਾਂ ਮਹਾਰਾਜ ਕਹਿੰਦੇ ਨੇ ਇਹ ਗੁਣਾਂ ਦੇ ਸਰੋਵਰਾਂ ਦੀ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਗੁਰੂ ਦੇ ਕੋਲ ਉਹਦੇ ਘਰ ਰਤਨਿਆਂ ਨਾਲ ਭਰੇ ਪਏ ਨੇ ਸਮੁੰਦਰ, ਅਸੀਂ ਕੱਢਣਾ ਹੈ। ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਨ ਨਾਲ। ਵੈਸੇ ਇੱਕ ਆਮ ਭਾਈ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਨੇ, ਜੇ ਕੋਈ ਧਿਆਨ ਨਾਲ ਸੁਣ ਲਵੇ ਉਹਨੂੰ ਸ਼ੇਖ ਦੀ, ਪੀਰ ਦੀ, ਇਸਲਾਮ ਵਿੱਚ ਬੜੀ ਵੱਡੀ ਇੱਕ ਆਤਮਿਕ ਅਵਸਥਾ ਦੀ ਖੇਡ ਹੈ, ਪਾਤਸ਼ਾਹ, ਇਹ ਪਦਵੀਆਂ ਪ੍ਰਾਪਤ ਹੋ ਜਾਂਦੀਆਂ ਨੇ। ਪਰ ਕਈ ਬੁੱਧੀਮਾਨ ਜੀਵ ਨੇ ਇਹ ਵੀ ਕਿਹਾ ਹੈ ਕਿ ਇਹਨਾਂ ਬਾਰੇ ਸਮਝ ਵੀ ਆ ਜਾਂਦੀ ਹੈ ਕਿ ਜਿਹੜੇ ਸ਼ੇਖ ਨੇ, ਪੀਰ ਨੇ, ਭਾਵ ਕਿ ਤੂੰ ਕਿਸੇ ਪੀਰ ਖਾਨੇ ਤੇ ਨਹੀਂ ਜਾਣਾ, ਤੈਨੂੰ ਸਮਝ ਆ ਜਾਏਗੀ। ਕਿਸੇ ਸ਼ੇਖ ਦੇ, ਪਾਤਸ਼ਾਹ ਦੇ, ਦੁਨਿਆਵੀ ਕਿਸੇ ਕੋਲ ਨਹੀਂ ਜਾਣਾ। ਇਹ ਬੜੀ ਵੱਡੀ ਗੱਲ ਹੈ। ਬਹੁਤ ਦੁੱਖ ਹੁੰਦਾ ਹੈ ਜਦੋਂ ਸਿੱਖ ਆਪਣੀ ਬੱਚੀ ਦਾ ਵਿਆਹ ਕਰਨ ਵਾਸਤੇ ਕਿਸੇ ਪੀਰਾਂ ਕੋਲ ਜਾ ਕੇ ਡੇਟਾਂ ਕਢਵਾਉਂਦੇ ਨੇ। ਮੈਨੂੰ ਖਿਮਾ ਕਰ ਦੇਣਾ, ਮਹਾਰਾਜ ਕਹਿੰਦੇ ਨੇ ਸੁਣਨ ਨਾਲ ਇਹ ਚੀਜ਼ਾਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਕੋਈ ਕਾਰਜ ਕਰਨਾ ਹੈ, ਅਸੀਂ ਸਿਆਣਿਆਂ ਕੋਲ ਚਲੇ ਜਾਂਦੇ ਹਾਂ। ਇਹ ਸਾਨੂੰ ਗਿਆਨ ਹੋ ਰਿਹਾ ਇਸ ਬਾਰੇ ਕਿ ਭਾਈ ਕਿਸੇ ਦੇ ਹੱਥ ਕੁਛ ਨਹੀਂ ਹੈ। ਮਹਾਰਾਜ ਕਹਿੰਦੇ ਨੇ ਤੂੰ ਕਿਸ ਪੀਰਖਾਨੇ ਵੱਲ ਜਾ ਰਿਹਾ ਹੈ? ਇਹ ਪੀਰਾਂ ਦੀ ਗੱਲ ਕਰ ਰਹੇ ਹੈ ਤੂੰ। ਕਬੀਰ ਸਾਹਿਬ ਕਹਿੰਦੇ ਨੇ ਗੁਰ ਪੀਰ ਸਦਾਏ ਮੰਗਣ ਜਾਏ। ਕਹਿੰਦੇ ਨੇ ਇਹ ਉਹ ਪੀਰਾਂ ਦੀ ਗੱਲ ਕਰ ਰਹੇ ਆ ਜਿਨ੍ਹਾਂ ਕੋਲ ਤੂੰ ਮੰਗਣ ਜਾ ਰਹੇ ਆ ਆਪਣੀ ਮੰਗ ਪੂਰੀ ਕਰਨ ਵਾਸਤੇ। ਇਹ ਤੈਨੂੰ ਪਤਾ ਹੈ ਜਦ ਦੁਨਿਆਵੀ ਲੋੜ ਪੈਂਦੀ ਹੈ ਨਾ ਇਹਨਾਂ ਨੂੰ, ਇਹ ਤੁਹਾਡੇ ਲੋਕਾਂ ਕੋਲ, ਗ੍ਰਸੀਆਂ ਕੋਲ ਮੰਗਣ ਜਾਂਦੇ ਨੇ। ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਮਹਾਰਾਜ ਕਹਿੰਦੇ ਨੇ ਤੇਰਾ ਕੰਮ ਹੈ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਸਿੱਖ ਹੋਵੇ ਤੇ ਕਿਸੇ ਕੋਲ ਮੰਗਦਾ ਚੰਗਾ ਨਹੀਂ ਲੱਗਦਾ। ਉਹ ਤੇ ਘਾਲ ਖਾ ਕੇ, ਆਪਣੀ ਭਾਵ ਕੀ ਘਾਲ ਕਮਾਈ, 10 ਨੂੰਹਾਂ ਦੀ ਕਮਾਈ ਕਰਕੇ ਤੇ ਹੱਥੋਂ ਦੇ ਕੇ ਕਿਸੇ ਨੂੰ ਖੁਸ਼ ਹੁੰਦਾ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਜੇ ਤੂੰ ਕਦੀ ਪਰਮਾਤਮਾ ਦਾ ਨਾਮ ਜਪ ਲੇਗਾ ਤੈਨੂੰ ਇਹਨਾਂ ਬਾਰੇ ਵੀ ਗਿਆਨ ਹੋ ਜਾਏਗਾ। ਫਿਰ ਤੂੰ ਕਿਸੇ ਦੇ ਅੱਗੇ ਆਪਣਾ ਸੀਸ ਨਹੀਂ ਝੁਕਾਏਗਾ। ਰੇ ਜੀ ਨਿਲਜ ਲਾਜ ਤੋਹੇ ਨਹੀਂ। ਤੈਨੂੰ ਸ਼ਰਮ ਨਹੀਂ ਹੈ ਇਹ ਜੀਵ ਕਿ ਤੈਨੂੰ ਕਿਸੇ ਗੱਲ ਦੀ ਸ਼ਰਮ ਨਹੀਂ ਆ ਰਹੀ। ਹਰ ਤਜ ਕਤ ਕਾਹੂ ਕੇ ਜਾਈ। ਤੂੰ ਹਰੀ ਨੂੰ ਛੱਡ ਕੇ ਕਿਸੇ ਪੀਰ ਦੇ ਕੋਲ, ਕਿਸੇ ਹੋਰ ਬੰਦੇ ਕੋਲ ਤੂੰ ਜਾ ਕੇ ਆਪਣਾ ਸੀਸ ਨਿਵਾ ਰਿਹਾ ਹੈ। ਇਹ ਮੈਂ ਨਹੀਂ ਕਹਿ ਰਿਹਾ, ਇਹ ਗੁਰੂ ਸਾਹਿਬ ਦੀ ਬਾਣੀ ਕਹਿ ਰਹੀ ਹੈ। ਜਾਂ ਕੋ ਠਾਕੁਰ ਉੱਚਾ ਹੋਈ। ਜੇ ਤੇਰਾ ਮਾਲਕ ਹੀ ਇੰਨਾ ਉੱਚਾ ਹੈ, ਏਵੜ ਉੱਚਾ ਹੋਵੇ ਕੋਏ, ਇਸ ਤੋਂ ਉੱਚਾ ਕੋਈ ਹੋਏ, ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਕਿਉਂਕਿ ਪਰਮਾਤਮਾ ਕੋਲ ਉਹ ਦਾਤਾਂ ਨੇ ਜੋ ਅਸੀਂ ਸੋਚ ਵੀ ਨਹੀਂ ਸਕਦੇ। ਜੇਵੜ ਆਪ ਤੇਵੜ ਤੇਰੀ ਦਾਤ। ਜਿੰਨਾ ਵੱਡਾ ਆਪ ਹੈ ਨਾ, ਓਨੀਆਂ ਵੱਡੀਆਂ ਦਾਤਾਂ ਵੀ ਨੇ ਉਹਦੇ ਕੋਲ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ। ਹੈਗਾ ਉਹਦੇ ਕੋਲ ਸਭ ਕੁਛ ਹੈ। ਕਿਉਂ? ਕਿਉਂਕਿ ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੀਏ। ਮਾਰੇ ਕਹਿੰਦੇ ਨੇ ਰੇ ਜੀ ਨਿਲਜ ਲਾਜ ਤੋਏ ਨਹੀਂ। ਤੈਨੂੰ ਸ਼ਰਮ ਨਹੀਂ ਆਉਂਦੀ? ਮਾਰੇ ਕਿਸ ਗੱਲ ਦੀ? ਹਰ ਤਜ ਹਰੀ ਨੂੰ ਛੱਡ ਕੇ ਕਤ ਕਾਹੂ ਕੇ ਜਾਈ। ਕਿਸੇ ਹੋਰ ਦੇ ਕੋਲ ਤੂੰ ਜਾ ਰਿਹਾ ਵੇਂ, ਤੈਨੂੰ ਸ਼ਰਮ ਨਹੀਂ ਆਉਂਦੀ? ਜਾ ਕੋ ਠਾਕੁਰ ਉੱਚਾ ਹੋਈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੈਨੂੰ ਮੈਂ ਬਿਠਾ ਕੇ ਕੋਲ ਜਪਜੀ ਸਾਹਿਬ ਹੀ ਸਾਰਾ ਸਮਝਾ ਰਿਹਾ ਕਿ ਤੇਰਾ ਠਾਕੁਰ ਸਭ ਤੋਂ ਉੱਚਾ ਹੈ। ਹਮਰਾ ਠਾਕੁਰ ਸਭ ਤੇ ਉੱਚਾ। ਸਾਡਾ ਠਾਕੁਰ ਸਭ ਤੋਂ ਉੱਚਾ ਹੈ। ਸੋ ਜਨ ਪਰ ਘਰ ਜਾਤ ਨਾ ਸੋਹੀ।
तो इस करके पराए बूहे ते जाके ना मंग। ਤੇ ਸਾਨੂੰ ਇਹਨਾਂ ਪੀਰਾਂ ਬਾਰੇ, ਇਹਨਾਂ ਵੱਡੀਆਂ ਪਦਵੀਆਂ ਪਾਉਣ ਵਾਲਿਆਂ ਦੇ ਬਾਰੇ ਵੀ ਸਾਨੂੰ ਗਿਆਨ ਹੋ ਜਾਂਦਾ ਹੈ। तो महाराज इत्थे सानू इस तरह का ख्याल दे के सानू ना एक परमात्मा दे नाल जोड़न का एक यतन कर रहे हैं। देखो गुरु साहब ते आप ते जुड़े हुए ने, पर यह समझाने का मतलब ये हुंदा है कि साडे वर्गे जिहड़े अलभग जीव ने, जिन्हां दी मैं कहां सानू नहीं ज्ञान, असी ज्ञानहीन हाँ, सानू उस बारे ज्ञान दे रहे हैं कि दुनिया के लोगों किसी अगे पीर पैगंबर दे अगे जाके सीस ना झुकावो, किसी कोलों ना मंगो, मंगना है तो गुरु कोलों मंगो। देखो ये नहीं कि संतोख गुरु तो पहला नहीं सी, संतोख गुरु तो पहला भी सी। गुरु ने आके एक टीचर के रूप में सानू उहदा खुलासा किया है। बड़े ध्यान नाल समझना, ये नहीं कि गुरु नानक पातशाह तो पहला संतोख की गल नहीं होंदी सी या चंगे गुणा की गल नहीं होंदी सी, होंदी सी। पर गुरु नानक पातशाह ने संसार विच आके ये समझा दिता कि भाई दुनिया के लोगों वो टीचर ने, एक जिस तरह टीचर अपने बच्चों को समझाता है ना, उन्होंने ये दसिया भाई तैनूं कित्थे ढूंढण की लोड़ नहीं है, ध्यान देना, मन मेरिया अंतर तेरे निधान है। देखो मन नूं कह रहे ने तेरे अंदर ही खजाना में, बाहर वस्त ना भाल, तू बाहर वस्त भाल रहे हैं, अंदर ही तेरे खजाने छुपे पे ने। हीरे जवाहरात हुण किसी के घर चीज़ गवाच जाए, घर के अंदर गवाची, असीं पड़ोसी के घर ढूंढण लग पईए तो पड़ोसी कहेगा गल किहड़ी कर रहे हैं, घर तेरे चीज़ गवाची है, लभन तू मेरे घर आ रहे हैं। देखो अंदर ही ये सब कुछ, जिन्होंने ने स्टडी की, एग्जाम्पल लो, जिन्होंने स्टडी की उन्होंने अंदरों डॉक्टरी कढ़ी ना, कि डॉक्टरी बचपन तो उन्होंने अंदर है सी, दसो। उन्होंने स्टडी की, अंदरों की कढ़ी, डॉक्टरी कढ़ी। कईयां ने पढ़ के पायलट बने, अंदरों पायलट कढ़िया। कईयां ने इंजीनियर सी, उन्होंने अंदर कोई जम्मिया कोई बच्चा इंजीनियर थोड़ा सी, जब पहली पढ़ रहा है, दूजी पढ़ रहा है, डिग्री लै रहा है, ग्रैजुएशन कर रहा है, उस टाइम कोई डॉक्टरी या इंजीनियरिंग की सी, कढ़ी ना अंदरों कढ़ी, कित्थों कढ़ी? अंदरों। ते भलिया इसे करके मन मेरिया अंतर तेरे निधान है। जे किसी ने रब नूं प्रगट करना है ना तो वह अंदरों ही करना है। बाहरों टीचर ज्ञान दे रहा है, असी अंदरों, ऐ नहीं कि ज्ञान गुरु साहब तो पहला नहीं सी, पर गुरु नानक पातशाह ने आके सानू ये समझाना किया कि भाई तैनूं बाहर भाल करन दी लोड़ नहीं है, तेरे अंदर ही सब, घर ही में अमृत भरपूर है, मनमुखा साध ना पाया। घर विच ही अमृत भरपूर है, पर मनमुखा ने समझ नहीं पाई। तो महाराज कहते हैं सुनन नाल तुहानूं इन्हां दी भी समझ आ जाएगी। एक तो यह हो गई ना कि इन्नियां वड्डियां पदवियां भी सुनन तो ही मिलियां ने, पर महाराज कहते हैं सुनन नाल तुहानूं इन्हां बारे भी नॉलेज हो जाएगी। देखो किसी पीर बारे नॉलेज लैनी चंगी गल है, पर पीर दे नाल जुड़ना वो माड़ी गल है। बस गुरु साहब समझाउण दा ये ढंग है। तो पातशाह इत्थे कह रहे ने, सुणिया सेक पीर पातशाह, सुणिया अंधे पावै राह। इत्थे राह पढ़ना है। अक्सर गुरबाणी दे अंदर जदों भी असीं पाठ करने ना, दास जितों तक सुनदा है राहो पढ़ते हैं। देखो ध्यान नाल सुनो, ये राह है रस्ता, सौखा ले लीए। कई बारी गल पकड़ विच आ जाती है, किसी नूं दलील एग्जाम्पल दुनियावी दे, तां ही गुरबाणी विच भी गुरु साहब ने दुनियावी एग्जाम्पल दे के सानू परमात्मा दे कोल होण दा बड़ा वधिया एक नवेकला ढंग सानू गुरबाणी विच दस्सिया है। तो महाराज कह रहे ने अंधे पावे राह। राह हुण असीं किसी नूं पुछीए असीं कित्थे जा रहे हां, सानू रस्ता भुल गया, असीं की कहने आ कि फलाना राह किधर जा रहा है, कि असीं कहने राहो किधर जा रहा है? नहीं, राहो नहीं कहते ना, असीं की कहने राह कित्थे जा रहा है?
दसो कोई कहता होगा राहो कित्थे जा रहा है। ये जिहड़ा औंकड़ लगी है ना, ये व्याकरण संबंधित है, एक वचन सिंगुलर कह लो, नाउन, ये नाउन ने। तो इत्थे असी राहो नहीं पढ़ना। देखो अगे तुम सिमिट्री भी देखोगे ना, सरा गुणा के गा, शेख पीर पातशाह, अंधे पावे राह। देखो महाराज सिमिट्री भी बना के असी विचों राहो पढ़ देने आ। ते अगे भी आंदा सुने हाथ होवे, असगाहो भी नहीं पढ़ना। असगाह वो भी एक वचन है, सिंगुलर है, ते नाउन है, संज्ञा कह लो जिन्हों। तो महाराज इत्थे कह रहे ने सुनन नाल की होएगा, अंधे पावे राह, अन्नियां नूं राह मिल जाएगा, रस्ता मिल जाएगा। असी की हुंदा है, असी गुरबाणी विच दे हिसाब नाल घट सोचने आ। असी ना अन्ना उन्होंने समझने आ जिदे मुख ते अखां नहीं ने, सुजाखा है, सूरमा कह लो। पर गुरबाणी कहती नहीं। मारे कहते ने अंधे ए ना आखिए जिन मुख लोएण नाहिन। मारे कहते अंधे उन्होंने ना आखो जिन्हां दे अखां मूँह के उत्ते अखां नहीं ने, वो अन्ने नहीं। अंधे से नानका खसमों कुत्थे जाए, जेड़े परमात्मा तो, खसम तो, मालक तो। देखो अंधे ए ना आखिए, उन्होंने अंधे ना आखो जिन मुख लोए ना है, जिन्हां दे मुख ते अखां नहीं ने। अंधे ओ ने, अंधे से नानका, नानक पातशाह कहते ने अंधे ते ओ ने, खसमों कुत्थे जाए, जेड़े खसम, खसम कौन है? खसम है मालक, जेड़ा सच सबना का खसम है। खसम कौन है? सच है, मालक है। तो जदों सच आ जाता है तो फिर झूठ खत्म हो जाता है। तो महाराज कह रहे ने अंधे से नानका खसमों कुत्थे जाए, जेड़े मालक तो खुंझे हुंदे ने ना, जिन्हों रब भुलिया हुंदा, मैं कहां, या रब नूं चेते नहीं करते, अंधे ते दरअसल वो ने। हम अंधले अंध बिखे बिखराते, अन्ना अखियां हुंदियां होइयां भी ਜਿਹੜੇ ਵਿਖਿਆ ਵਿਕਾਰਾਂ ਦੇ ਵਿੱਚ, ਵਿਸ਼ੇ ਵਿਕਾਰਾਂ ਦੇ ਵਿੱਚ ਸਾਡੀ ਸੁਰਤੀ ਰਾਤ ਦਿਨ ਜੁੜੀ ਹੋਈ ਹੈ। ਹਮ ਅੰਧਲੇ, ਹਮ ਅਸੀਂ ਅੰਨੇ ਹਾਂ। ਕੌਣ? ਵਿਖੇ ਅੰਧ ਵਿਖੇ ਵਿਖਰਾਤੇ, ਜਿਹੜੇ ਦਿਨ ਰਾਤ ਮਾਇਆ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਲਿਬੜੇ ਹੋਏ ਨੇ। ਕਿਉਂ ਚਾਲੇ ਗੁਰ ਚਾਲੀ, ਕਿਉਂ ਭਾਵ ਕਿਵੇਂ ਗੁਰੂ ਦੇ चाले चलीए, किवें गुरु दे वल चलीए, किवें गुरु उपदेश चलीए। फिर महाराज कहते ने जे तुसी इस अन्ने वाली बिरती नूं हटाना चाहुंदे हो ना, सतगुर दया करे सुखदाता, हम लावे आपन पाली। जे सतगुरु दया करन ना, सानू अपने नाल लड़ ला लैणगे। ते अंधे वो ने जिन्हां दे अखां हुंदियां होइयां रब तो टुटे पे ने। तो महाराज इत्थे इस तरह का कहते ने कि तू अन्ना ना बन। तू किसी अन्ने नूं वेख के अन्ना कह रहा ना, दरअसल तू भी अन्ना है। हुण देखो असीं जा रहे हैं, साडे हाथ च हनेरा वे, हाथ विच साडे दीपक है, एक लाइट है, ऐसा गल है, टॉर्च है। अगे खूह आ गया, असीं गिर जाइए तो सानू कोई की कहेगा? कमाल है भाई साहब, तुसीं अन्ने होए पे हो, हाथ च तुहाडे लाइट है, रोशनी तुहाडे हाथ च, सामने खूह है, तो खूह है, तुसीं गिर गए हो। मन जानत सब बात, जानत ही ओगन करे, काहे की कुसलात, हाथ दीप कुएं परे। महाराज कहते ने हाथ च दीपक होवे फिर तू खूह च गिर जाए, तेरे तो वड्डा अन्ना कोनी। भाव कि जेड़ा परमात्मा तो भुलिया होया है। तो गुरु साहब कहते ने पैके चरण कर भाव के, तू फिर की कर, अपने चरणों नूं डर बना लै, डर दे चरण बना लै। भाव के लोएन, भाव की प्रेम दे अखां कर लै, ते सुरत करे कर भाव के, हाथां नूं प्रेम दे हत्थ बना लै। ते जिहड़ी लोए ने ना अखां, उहनूं सुरत परमात्मा दे नाल, अखां परमात्मा दी सुरत नाल जोड़ लै। नानक के संजाणीए इत कंत मिलावा होए। इस तरह तू रब नूं मिलेगा। देखो सानू जुगतियां दसियां ने गुरु साहब ने। तो महाराज कहते ने जिन्हां ने नाम नूं विसारिया नहीं है, वो अन्ने नहीं ने।
ਸਾਡੇ ਵਰਗੇ ਜਿਹੜੇ ਨੇ ਦਾਸ ਵਰਗੇ ਜਾਂ ਜਿਹੜੇ ਨਾਮ ਨਹੀਂ ਜਪਦੇ ਉਹ ਦਰਅਸਲ ਅੰਨੇ ਨੇ। ਤਾਂ ਮਹਾਰਾਜ ਕਹਿੰਦੇ ਨੇ ਜੇ ਕੋਈ ਨਾਮ ਧਿਆਨ ਨਾਲ ਸੁਣੇਗਾ ਨਾ ਉਹ ਵੀ ਅੰਨਿਆਂ ਨੂੰ ਵੀ ਰਾਹ ਮਿਲ ਜਾਏਗਾ। ਅੰਧੇ ਪਾਵੇਂ ਰਾਹ, ਸੁਣਿਆ ਹਾਥ ਹੋਵੇ ਅਸਗਾ। ਸੁਣਨ ਨਾਲ ਅਸਗਾ ਹੁੰਦਾ ਹੈ ਸੰਸਾਰ ਸਮੁੰਦਰ ਜਿਹੜਾ ਬੜਾ ਭਿਆਨਕ ਹੈ। ਤਾਂ ਮਹਾਰਾਜ ਕਹਿੰਦੇ ਨੇ ਹਾਥ ਤੋਂ ਭਾਵ ਇਸ ਸੰਸਾਰ ਸਮੁੰਦਰ ਦੀ ਉਸ ਨੂੰ ਹਾਥ ਕਹਿੰਦੇ ਨੇ, ਉਸ ਨੂੰ ਹਾਥ ਆ ਗਈ ਭਾਵ ਉਸ ਨੂੰ ਸਮਝ ਆ ਜਾਂਦੀ ਹੈ ਇਸ ਸੰਸਾਰ ਦੇ ਬਾਰੇ। ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤਰ ਨਾ ਕੋਈ ਰਹਿਓ। ਪਤਾ ਲੱਗ ਜਾਂਦਾ ਹੈ ਕਿ ਕੋਈ ਵੀ ਇੱਥੇ ਮਿੱਤਰ ਨਹੀਂ ਹੈ। ਜਗਤ ਮੇਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਇਹ ਸੰਸਾਰ ਸਮੁੰਦਰ ਦੀ ਸਮਝ ਆ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਭਾਈ ਬੰਦੀ ਹੇਤ ਚੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਇਸ ਦੁਨੀਆ ਦੇ ਕਾਰਨ, ਸੰਸਾਰ ਦੇ ਕਾਰਨ ਅਸੀਂ ਸੰਸਾਰ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਅਸੀਂ ਆਪਣਾ ਦੀਨ ਹੀ ਗਵਾ ਦਿੱਤਾ ਹੈ, ਧਰਮ ਗਵਾ ਦਿੱਤਾ ਹੈ। ਤਾਂ ਮਹਾਰਾਜ ਕਹਿ ਰਹੇ ਨੇ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤਰ ਨਾ ਕੋਈ ਰਹਿਓ। ਕੋਈ ਵੀ ਸਾਲਕ ਮਿੱਤਰ ਨਹੀਂ, ਰਹਿਓ ਕੋਈ ਵੀ ਨਹੀਂ ਹੈਗਾ ਸੰਸਾਰ ਦੇ ਵਿੱਚ ਸਾਡਾ। ਇਹ ਸੰਸਾਰ ਵੀ ਸਮਝ ਆ ਜਾਂਦੀ ਹੈ ਜੇ ਕੋਈ ਸਾਡੀ ਰੱਖਿਆ ਕਰਨ ਵਾਲਾ ਹੈ, ਜੇ ਸਾਨੂੰ ਕੋਈ ਬਾਂਹ ਦੇਣ ਵਾਲਾ ਹੈ, ਉਹ ਵੇ ਗੁਰੂ। ਅਗਨ ਸਾਗਰ ਬੂਢਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਇੱਕ ਸਤਿਗੁਰੂ ਨੇ ਜਿਹੜਾ ਸਾਡਾ ਨਿਸਤਾਰਾ ਕਰ ਸਕਦੇ ਨੇ, ਹੋਰ ਸੰਸਾਰ ਵਿੱਚ ਕੋਈ ਵੀ ਨਹੀਂ ਜੇ। ਇਹ ਦੁਨੀਆ ਵਿੱਚ ਫਿਰ ਸਾਨੂੰ ਸਮਝ ਆ ਜਾਏਗੀ ਇਹ ਜੋ ਦੁਨੀਆ ਦਸਤਗੀਰ, ਇਹ ਜੋ ਦੁਨੀਆ ਸਾਰੀ ਤੇ ਸਾਰੀ ਆਪਣੇ ਵਾਸਤੇ, ਸਭ ਸਵਾਰਥ ਵਾਸਤੇ। ਇਹ ਜੋ ਦੁਨੀਆ ਸ਼ੇਰ ਮੇਲਾ ਦਸਤਗੀਰੀ ਨਾਈ, ਕੋਈ ਵੀ ਕਿਸੇ ਦਾ ਨਹੀਂ ਜੇ। ਇਹ ਸਭ ਜਿਹਦਾ ਸਮਾਂ ਨਿਕਲ ਜਾਂਦਾ ਹੈ ਉਹ ਤੁਹਾਡੇ ਤੋਂ ਪਾਸਾ ਹੋ ਜਾਏਗਾ। ਸਭ ਸਵਾਰਥ ਦੇ ਨਾਲ ਜੁੜੇ ਹੋਏ ਨੇ। ਗੁਰਬਾਣੀ ਵਿੱਚ ਤੇ ਭਰਾ ਦਾ ਵੀ ਸਵਾਰਥ ਦੱਸਿਆ, ਪਿਓ ਪੁੱਤਰ ਦਾ ਵੀ ਦੱਸਿਆ, ਮਾਂ ਪੁੱਤਰ ਦਾ ਵੀ ਸਵਾਰਥ ਦੱਸਿਆ। ਤਾਂ ਗੁਰੂ ਸਾਹਿਬ ਸਮਝਾ ਰਹੇ ਨੇ ਇਸ ਸੰਸਾਰ ਬਾਰੇ ਸਮਝ ਆ ਜਾਏਗੀ ਤੇ ਫਿਰ ਕੀ ਹੋਵੇਗਾ। ਸੁਣਿਆ ਹਾਥ ਹੋਵੇ ਅਸਗਾਹ, ਫਿਰ ਉਹਨੂੰ ਇਸ ਸਮੁੰਦਰ ਦੀ, ਸੰਸਾਰ ਸਮੁੰਦਰ ਦੀ ਸਮਝ ਆ ਜਾਏਗੀ, ਡੂੰਘਾਈ ਦੀ ਸਮਝ ਆ ਜਾਏਗੀ। ਫਿਰ ਜਿਹਨੂੰ ਇੰਨਾ ਗਿਆਨ ਹੋ ਜਾਏਗਾ, ਮਹਾਰਾਜ ਕਹਿੰਦੇ ਨੇ ਉਹ ਭਗਤ ਬਣ ਜਾਏਗਾ, ਜਿਹਦੇ ਅੰਦਰ ਭਗਤੀ ਦਾ ਗਿਆਨ ਹੋ ਜਾਏਗਾ, ਪਰਮਾਤਮਾ ਦਾ ਗਿਆਨ ਹੋ ਜਾਏਗਾ। ਫਿਰ ਮਹਾਰਾਜ ਕਹਿੰਦੇ ਨੇ ਨਾਨਕ ਰੁਕ ਕੇ, ਇੱਕ ਕਵੀ ਨਾਨਕ ਦੀ ਮੋਹਰ ਲੱਗ ਰਹੀ ਹੈ। ਹਾਲਾਂਕਿ ਜਿਹੜੇ ਵੀ ਗੁਰੂ ਸਾਹਿਬ ਨੇ ਬਾਣੀ ਰਚੀ ਹੈ, ਆਪਣੇ ਵੱਡੇ ਸਤਿਗੁਰਾਂ ਦਾ ਜ਼ਿਕਰ ਕਰਕੇ ਨਾਨਕ ਹੀ ਅੱਖਰ ਵਰਤੋਂ ਕੀਤੀ ਹੈ। ਇਹ ਵੀ ਇੱਕ ਬੜੀ ਵੱਡੀ ਬਖਸ਼ਿਸ਼ ਪਰਮਾਤਮਾ ਦੀ, ਜੋ ਇਹਨਾਂ ਸਾਰੇ ਗੁਰੂ ਸਾਹਿਬਾਂ ਨੇ ਭਾਵੇਂ ਸਰੀਰ ਕਰਕੇ ਪਰ ਨਾਨਕ ਦੀ ਮੋਹਰ ਲਗਾਈ ਹੈ। ਨਾਨਕ ਭਗਤਾਂ ਭਾਵ ਕਿ ਪਲੂਰਲ, ਜੇ ਭਗਤਾ ਹੁੰਦਾ ਨਾ ਤੇ ਫਿਰ ਇੱਕ ਭਗਤ ਵਾਸਤੇ ਆਉਣਾ ਸੀ। ਜਿਹੜੇ ਇਸ ਨਾਮ ਨੂੰ ਧਿਆਨ ਨਾਲ ਇਸ ਤਰ੍ਹਾਂ ਸੁਣਨਗੇ, ਸਮਝ ਕੇ ਸੁਣਨਗੇ, ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਉਹ ਭਗਤ ਬਣ ਜਾਣਗੇ। ਭਗਤ ਕੋਈ ਪਹਿਰਾਵਾ ਜਾਂ ਕੋਈ ਭਗਤਾਂ ਕੀ ਚਾਲਾਂ ਨਿਰਾਲੀ ਭਗਤਾਂ ਕੇਰੀ, ਕੋਈ ਇਸ ਤਰ੍ਹਾਂ ਨਹੀਂ ਟੇਢੇ ਮੇਢੇ ਹੋ ਕੇ ਚੱਲਦੇ ਨੇ। ਭਗਤਾਂ ਦੇ ਜੀਵਨ ਦੀ ਚਾਲ, ਆਤਮਿਕ ਸੋਝੀ ਆਮ ਲੋਕਾਂ ਨਾਲੋਂ ਫਰਕ ਹੋ ਜਾਂਦੀ ਹੈ। ਰਹਿਣਗੇ ਤੁਹਾਡੇ ਵਿੱਚ ਹੀ, ਰਹਿਣਗੇ ਤੁਹਾਡੇ ਹਾਰ ਹੀ। ਅਸੀਂ ਦੇਖੋ ਕੋਈ ਕਿਸੇ ਨੇ ਚੋਲਾ ਪਾਇਆ ਹੋਏਗਾ, ਉਹਦੇ ਕੋਲ ਅਰਦਾਸ ਕਰਾ ਸਕਦੇ ਹਾਂ, ਪਰ ਕਿਸੇ ਨੇ ਪੈਂਟ ਕੋਟ ਪਾਇਆ ਹੋਏਗਾ ਅਸੀਂ ਸ਼ਾਇਦ ਨਾ ਕਰਾਈਏ। ਕਿਉਂ? ਕਿਉਂਕਿ ਸਾਡਾ ਇੱਕ ਮਨ ਵਿੱਚ ਪਿਕਚਰ ਬਣੀ ਹੈ ਕਿ ਭਗਤ ਸੰਤ ਉਹੀ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਦਾ ਭੇਖ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਐਸੀ ਗੱਲ ਨਹੀਂ ਹੈ। ਜਿਹੜੇ ਵਿਚਾਰਾਂ ਨੂੰ ਚੇਂਜ ਕਰ ਲੈਂਦੇ ਨੇ, ਜਿਹੜੇ ਭਗਤੀ ਨਾਲ ਪਰਮਾਤਮਾ ਨੂੰ ਮੋਹ ਲੈਂਦੇ ਨੇ, ਉਹ ਭਗਤ ਨੇ। ਤੁਸੀਂ ਪਹਿਰਾਵੇ ਵੱਲ ਨਾ ਜਾਓ। ਤਾਂ ਮਹਾਰਾਜ ਇੱਥੇ ਕਹਿ ਰਹੇ ਨੇ ਉਹਨਾਂ ਦੇ ਘਰ ਕੀ ਹੋਏਗਾ। ਨਾਨਕ ਇੱਥੇ ਬਿੰਦੀ ਲਾ ਕੇ, ਤੱਤੇ ਨੂੰ ਬਿੰਦੀ ਲਾਣੀ ਹੈ। ਭਗਤਾਂ ਸਦਾ ਵਿਗਾਸ ਹੁੰਦਾ ਖੇੜਾ, ਆਤਮਿਕ ਖੇੜਾ। ਉਹ ਕਦੀ ਫਿਰ ਕਦੀ ਦੁਖੀ ਸੁਖੀ ਨਹੀਂ ਹੁੰਦੇ। ਅਸੀਂ ਦਿਨ ਵਿੱਚ ਕਿਤਨੇ ਵਾਰ ਦੁਖੀ ਹੁੰਦੇ ਹਾਂ, ਕਿੰਨੇ ਵਾਰੀ ਖੁਸ਼ ਹੁੰਦੇ ਹਾਂ।
पर ਜਿਹੜੇ ਭਗਤ ਜਨ ਹੁੰਦੇ ਨੇ ਨਾ, ਉਹ ਨਿਊਟਰਲ ਰਹਿੰਦੇ ਨੇ, ਉਹ ਸਦਾ ਹੀ ਖੇੜੇ 'ਚ ਰਹਿੰਦੇ ਨੇ। ਉਹਨਾਂ ਨੂੰ ਦੁੱਖ ਸੰਤਾਵ ਨਹੀਂ ਸਕਦਾ। ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ, ਸੁਖ ਸਨੇਹਰ ਪੈ ਨਹੀਂ ਕੰਚਨ ਜਾ ਕੇ ਮਾਟੀ ਮਾਨੇ। ਉਹ ਫਿਰ ਇਹ ਚੀਜ਼ਾਂ ਤੋਂ ਪਰੇ ਹਟ ਜਾਂਦੇ ਨੇ। ਉਹ ਫਿਰ ਦੁੱਖ ਸੁੱਖ ਉਹਨਾਂ ਨੂੰ ਵਿਆਪਤ ਨਹੀਂ ਲੱਗਦਾ। ਕਿਉਂ? ਕਿਉਂਕਿ ਉਹਨਾਂ ਨੂੰ ਇਸ ਬਾਤ ਦੀ ਸਮਝ ਆ ਜਾਂਦੀ ਹੈ ਅਤੇ ਸਦਾ ਖੇੜੇ ਵਿੱਚ ਰਹਿੰਦੇ ਨੇ। ਅਤੇ ਸੁਣਿਆ ਦੁਖ ਪਾਪ ਕਾ ਨਾਸ, ਫਿਰ ਉਹਨਾਂ ਦੇ ਸਾਰੇ ਦੁੱਖ ਪਾਪ ਸਭ ਦਰਿਦਰ ਅੰਦਰ ਦੇ ਸਾਰੀਆਂ ਵਿਸ਼ੇ ਵਿਕਾਰ ਸਭ ਨਾਸ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੇ ਗੁਰੂ ਦੀ ਬਾਣੀ ਨੂੰ, ਗੁਰੂ ਦੇ ਬਚਨਾਂ ਨੂੰ ਧਿਆਨ ਨਾਲ ਸੁਣ ਲਿਆ ਹੈ। ਤਾਂ ਮਹਾਰਾਜ ਕਿਰਪਾ ਕਰਨ ਇਹ ਗਿਆਨ ਸਾਨੂੰ ਵੀ ਆ ਜਾਵੇ ਔਰ ਸਾਡੇ ਅੰਦਰ ਵੀ ਉਹ ਜਾਗਰੂਕਤਾ ਆ ਜਾਵੇ ਔਰ ਸਾਨੂੰ ਵੀ ਇਸ ਵੱਲ ਦਾ ਗਿਆਨ ਹੋ ਜਾਵੇ ਕਿ ਕਿਸੇ ਕੋਲ, ਹੁਣ ਸਾਨੂੰ ਸੱਤ ਦੀ ਗੱਲ ਸਮਝ ਆਈ, ਸੰਤੋਖ ਦੀ ਆਈ, ਸਿੱਧਾਂ ਬਾਰੇ ਪਤਾ ਲੱਗਿਆ, ਪੀਰਾਂ ਬਾਰੇ ਪਤਾ ਲੱਗ ਗਿਆ, ਨਾਥਾਂ ਬਾਰੇ ਪਤਾ ਲੱਗਿਆ, ਸਾਨੂੰ ਕਿਸੇ ਪਾਤਸ਼ਾਹ ਬਾਰੇ ਪਤਾ ਲੱਗਿਆ, ਸਾਰੇ ਸਮੁੰਦਰ ਦਾ ਪਤਾ ਲੱਗ ਗਿਆ, ਸੰਸਾਰ ਸਮੁੰਦਰ ਦਾ ਵੀ ਪਤਾ ਲੱਗ ਗਿਆ। ਮਹਾਰਾਜ ਕਹਿੰਦੇ ਤੁਹਾਨੂੰ ਸਾਰਾ ਕੁਝ ਇੰਨਾ ਗਿਆਨ ਹੋ ਜਾਏਗਾ ਨਾ, ਅਤੇ ਤੁਹਾਡੇ ਦੁੱਖ ਕਲੇਸ਼ ਸਾਰੇ ਨਾਸ਼ ਹੋ ਜਾਣਗੇ। ਤਾਂ ਗੁਰੂ ਮਹਾਰਾਜ ਬਖਸ਼ਿਸ਼ ਕਰਨ, ਜਿੱਥੇ ਸੁਣਨਾ ਹੈ ਉੱਥੇ ਉਸ ਨੂੰ ਸਮਝਣਾ ਵੀ ਹੈ। ਖਾਲੀ ਸੁਣ ਕੇ ਸਾਡੀ ਵੀ ਕੌਮ ਪਤਾ ਨਹੀਂ ਕਿੱਧਰ ਜਾ ਰਹੀ ਹੈ। ਮੈਨੂੰ ਕਹਿਣ ਦੇਣਾ, ਅਸੀਂ ਵੀ ਗਿਣਤੀਆਂ 'ਤੇ ਜ਼ੋਰ ਲਾਈ ਜਾ ਰਹੇ ਹਾਂ, 51 ਪਾਠ। ਮੈਂ ਇਹ ਨਹੀਂ ਕਹਿ ਰਿਹਾ ਨਾ ਕਰੋ, ਖਾਲੀ ਪੜ੍ਹਨ ਵਾਲ ਗੁਰੂ ਸਾਹਿਬ ਦਾ ਸਿਧਾਂਤ ਇਹ ਨਹੀਂ ਹੈ। ਗੁਰਬਾਣੀ ਨੂੰ ਅਸੀਂ ਸਮਝ ਹੀ ਨਹੀਂ ਪਾਏ। ਗੁਰਬਾਣੀ ਪੜ੍ਹ ਕੇ ਪ੍ਰੈਕਟੀਕਲੀ ਅਸੀਂ ਇਸ ਨੂੰ ਅਡਾਪਟ ਕਰਨਾ ਸੀ, ਪਰ ਅਸੀਂ ਪੜ੍ਹ ਕੇ, ਕੋਈ ਫੌਰਨ ਬੈਠਾ ਹੈ ਕਿਸੇ ਗੁਰਦੁਆਰੇ ਦਰਬਾਰ ਸਾਹਿਬ, ਸੀਸਗੰਜ ਸਾਹਿਬ, ਬੰਗਲਾ ਸਾਹਿਬ ਪਾਠ ਰਖਵਾ ਦਿੰਦਾ ਹੈ, ਉਹ ਉੱਥੇ ਬੈਠਾ ਹੈ। ਅਸੀਂ ਪੜ੍ਹਨ 'ਤੇ ਇਤਨਾ ਜ਼ੋਰ ਹੈ, ਜਾਂ ਮੈਂ ਕਰਾਂ ਜਿਨ੍ਹਾਂ ਨੇ ਇਹ ਵਜੀਆਂ ਦੁਕਾਨਾਂ ਲਗਾਈਆਂ ਨੇ, ਉਹ ਵੀ ਗਲਤ ਹੈ। ਔਰ ਜਿਹੜੇ ਸਾਡੇ ਵਰਗੇ ਘਰ ਬੈਠੇ ਪਾਠ ਕਰਾ ਰਹੇ ਨੇ, ਕੀ ਮਾਤਮ ਹੋਏਗਾ ਦੱਸੋ? ਗੁਰਬਾਣੀ ਕੋਈ ਪੜ੍ਹ ਕੇ ਵਾਲੀ ਗੱਲ ਨਹੀਂ ਸੀ। ਗੁਰਬਾਣੀ ਸੀ ਪੜ੍ਹ ਕੇ ਵਿਚਾਰ ਕਰਨ ਵਾਲੀ, ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲੀ ਲਿਆਉਣ ਵਾਲੀ। ਪਰ ਅਸੀਂ ਇਤਨਾ ਪੜ੍ਹਨ 'ਤੇ ਜ਼ੋਰ ਦੇ ਦਿੱਤਾ। ਮੈਂ ਨਹੀਂ ਕਹਿ ਰਿਹਾ ਨਾ ਪੜ੍ਹੋ, ਪੜ੍ਹੋ, ਜਿੱਥੇ ਪੜ੍ਹਦੇ ਹੋ ਉਹਨੂੰ ਸਮਝੋ ਵੀ। ਪੜ੍ਹ ਗੱਡੀ ਲੱਦੀਏ ਵਾਲੀ ਗੱਲ ਨਾ ਹੋ ਜਾਏ। ਔਰ ਜ਼ੋਰ ਸਾਡਾ, ਸਾਰੀ ਤਵੱਜੋ ਹੀ ਸਾਡੀ ਪੜ੍ਹਨ 'ਤੇ ਹੀ ਹੈ, ਸਮਝਣ 'ਤੇ ਨਹੀਂ ਹੈ। ਗੁਰੂ ਬਾਣੀ ਵਿਸ਼ਾ ਹੀ ਸਮਝਣ ਦਾ ਸੀ, ਪੜ੍ਹਨ ਦਾ ਨਹੀਂ ਹੈ। ਪੜ੍ਹੋ, ਪੜ੍ਹ ਕੇ ਸਮਝਣਾ ਹੈ, ਬਸ ਅਗਲਾ ਸਟੈਪ ਹੈ। ਹੁਣ ਜੇ ਸਮਝ ਜਾਵਾਂਗੇ ਫਿਰ ਮੰਨਣ ਦੀ ਗੱਲ ਆਏਗੀ। ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਕਿ ਮੇਰੇ ਵਾਸਤੇ 51 ਪਾਠ ਰੋਜ਼ ਕਰਿਆ ਕਰੋ ਪਾਠ। ਮਹਾਰਾਜ ਤੇ ਕਹਿੰਦੇ ਨੇ ਕਹੇ ਨਾਨਕ ਸਦਾ ਗਾਵੋ, ਪਰ ਉਸ ਹਿਸਾਬ ਨਾਲ ਗਾਈਏ ਨਾ ਕਿ ਬਾਣੀ ਦੀ ਸਮਝ ਵੀ ਆਵੇ। ਪੜ੍ਹ ਤੇ ਉਹ ਰਹੇ ਨੇ ਬਾਣੀ, ਤੇ ਅਸੀਂ ਸਮਝ ਰਹੇ ਅਸੀਂ ਤਾਂ ਅਖੰਡ ਪਾਠ ਸਾਹਿਬ ਕਰਾ ਲੈਣੇ, ਅਸੀਂ 101 ਪਾਠ ਦੇ ਭੋਗ ਪਾ ਲਏ। ਕਿਸੇ ਨੂੰ ਪੁੱਛੇ ਕਿ ਇੱਕ ਪੰਕਤੀ ਦੇ ਅਰਥ ਵੀ ਦੱਸੋ, ਕਿਸੇ ਨੂੰ ਨਹੀਂ ਪਤਾ। ਨਹੀਂ, ਪਾਠ ਇੱਕ ਹੀ ਕਰ ਲਓ, ਗਿਣਤੀ 'ਚ ਨਾ ਜਾਓ। ਦੇਖੋ, ਮੈਂ ਕਈ ਵਾਰੀ ਕਹਿੰਦਾ, ਰੱਬ ਦੇ ਨਾਲ ਇਹ ਸੌਦਾ ਨਾ ਕਰੀਏ ਅਸੀਂ। ਜੇ ਰੱਬ ਗਿਣਤੀਆਂ 'ਤੇ ਆ ਗਿਆ ਨਾ, ਅਸੀਂ ਛੁੱਟ ਨਹੀਂ ਪਾਵਾਂਗੇ। ਲੇਖੇ ਕੱਤੇ ਨਾ ਛੁੱਟੀਏ। ਜੇ ਅਸੀਂ ਰੱਬ ਨਾਲ ਹਿਸਾਬ ਕਰਾਂਗੇ ਨਾ ਕਿ ਰੱਬ ਅਸੀਂ ਤੈਨੂੰ 5 ਵਾਰੀ ਜਪਜੀ ਸਾਹਿਬ ਦਾ ਪਾਠ ਕੀਤਾ, 100 ਵਾਰੀ ਵਾਹਿਗੁਰੂ ਕਿਹਾ ਵੇ, ਤੇ ਜੇ ਕਿੱਥੇ ਰੱਬ ਹਿਸਾਬ ਕਰਨ ਲੱਗ ਪਏ, ਫਿਰ ਮਾਰੇ ਕਹਿੰਦੇ ਤੂੰ ਛੁੱਟ ਹੀ ਨਹੀਂ ਸਕਦਾ। ਤੇਰੇ ਕੋਲ ਇਤਨੇ ਔਗਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਜਿੰਨਾ ਸਮੁੰਦਰ ਵਿੱਚ ਨੀਰ ਭਰਿਆ ਨਾ, ਓਨੇ ਤੇ ਔਗਣ ਸਾਡੇ ਵਿੱਚ ਨੇ। ਤੇ ਤੂੰ ਪਰਮਾਤਮਾ ਨਾਲ ਹਿਸਾਬ ਕਰ ਰਹੇ ਕਿ ਪਰਮਾਤਮਾ ਇਹ ਮੇਰੇ, ਮੈਂ ਇਹਨਾਂ ਨਾਮ ਜਪਾਂਗਾ ਤੇ ਇਹ ਪਰਮਾਤਮਾ ਕਹਿੰਦਾ ਤੂੰ ਜਪ, ਪਰ ਗਿਣਤੀਆਂ ਮਿੰਤੀਆਂ ਨਾ ਜਾ। ਆਪਣੇ ਪਿਤਾ ਨੂੰ ਮਾਤਾ ਨੂੰ ਯਾਦ ਕਰਦੇ ਹੋ ਤੇ ਕਹਿੰਦੇ ਹੋ ਮੈਂ ਦਿਨੇ 10 ਵਾਰੀ ਯਾਦ ਕਰਨਾ, ਜਾਂ ਮਾਤਾ ਤੁਹਾਨੂੰ ਇਤਨਾ ਕੁਛ ਦੇ ਰਹੀ ਏ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛਤਾਏ। ਉਹ ਪਰਮਾਤਮਾ ਦੇ ਕੇ ਪਛਤਾਉਂਦਾ ਨਹੀਂ ਹੈ। ਤੇ ਫਿਰ ਤੁਸੀਂ ਹਿਸਾਬ ਕਰ ਰਹੇ ਹਾਂ ਅਸੀਂ।
पढ़ो, मैं कहना सारा दिन जपजी साहब पढ़ो, पर गिनतियां तो उठे उठ के। जदों कबीर साहब नूं समझ आ गई तो माला पुआ के मारी, कहते इस माला का मैं की करना है, जिहड़ी माला मेरे अंदर ही चल पई है। रब नूं गिनतियां नाल नहीं किसी ने पाना, रब नूं किसी ने पाना वे ते ओ प्यार दे नाल पाना है। करो पाठ जिन्ना कर सकते हो, आप करो, किसी ते ना। तुसी को दवाई वो खावे आराम मनु आ जाए, हुण असीं बीमार मैं वां, मेरे बल्ले तुसी दवाई खाओगे कि मैं ठीक हो जाऊंगा? एक लॉजिक है, नहीं होवांगे ना। आम तौर पर साडे बजुर्ग कहंदे सन, आप ना मरीए स्वर्ग ना जाइए। ये पंक्ति नहीं है गुरबाणी दी, पर सेध दिंदे सन, कहंदे जदों तक अपने अपन हथी अपना आपे ही काज सवारी है। मार कहंदे जिन्नी नाम ते आया गए मशक्कत काल, जिन्हां ने नाम दी नूं ध्याया मशक्कत घाल ना कीती। दसो मैं कीती होवे ते दूजे नूं लाभ हो जाए, या दूजे ने कीती मैनूं लाभ हो जाए? इस तरह हो सकता है? हुण तुहाडी माता बीमार है, तुहाडा भरा बीमार है, तुसी डॉक्टर को दवाई लैके तुसी खा लो, जी मेरी माता राजी हो जाए, हो जाएगी इस तरह? मेरा भरा राजी हो जाएगा, हो जाएगा? नहीं होएगा। वो दवाई सानू खानी पेगी, वो घालना सानू करनी पेगी। गुरु साहब यही समझा रहे ने। साडा विशा सी, साडी कौम मैं कहांगा, या असी कुछ ना समझी करके असी पढ़न ते इतना जोर लाता जी, बस मूँह ते भी बन के बई किसी नूं आवाज भी ना आवे, बस पढ़ी जा रहे हैं पढ़ी जा रहे हैं। महाराज ने इनू पढ़न वास्ते नहीं खजाना रखा, इनू खोल के इनू विचारन दा विशा सी। इनू विचारन तो बाद जीवन विच इंप्लीमेंट करन दा विषय है। गुरबाणी ते वो विषय है। तो गुरु साहब इतना ज्ञान सानू दे रहे ने कि भाई पढ़ो, पर विचार के पढ़ो। जदों सानू समझ आ गई ना कि सुने अंधे पावे राह, मैं तो राह पढ़दा आ रहा सी, ये सुन के ज्ञान होया ना। सानू पता लग गया, असी जेड़े पीरां कोल जांदे सां हथ दिखाण वास्ते, कुछ डेटां लैण वास्ते, ते कुछ साडे उत्ते कुछ विपतां आईयां ने, सानू पता लग गया बई इन्हां दे कुछ है ही नहीं पल्ले, ये ते खुद मंगल साडे घरां च आंदे पे ने। ये ज्ञान हो गया। उन्हें ज्ञान किने दिता? एक गुरु ने दिता सानू ज्ञान। ते गुरु सानू किहदे नाल जोड़ रहा है? परमात्मा दे नाल। वो कहंदा तैनू विचोले दी लोड़ ही नहीं। जब मैं तैनू ज्ञान सीधा तैनू डायरैक्ट, कोई सानू डायरैक्ट प्राइम मिनिस्टर नाल मिला दे, फिर सानू MLA ते MP की कोई लोड़ है? वो कहंदा आ तैनू मैं सीधा ही प्राइम मिनिस्टर प्रेजिडेंट नहीं मिला देना, ते दैट्स इट। ते जे सानू गुरु नानक पातशाह सीधा परमात्मा दे नाल, जिस तरह महाराज कहंदे नमो सूरज सूरजे, अरे भलिओ तुसी सूरज नू पानी दे रहे हो, तुहानू ध्यान है? कदी ये सोचो सूरज नू किने बनाया? अगर सूरज दे पिछों लाइट खिंच लवे, सूरज सानू लाइट दे सकदा है? सूरज दी पाया कौन है? परमात्मा। ते फिर परमात्मा नू क्यों ना असी पूजीए? नमो सूरज सूरजे, जिन्हां ने सूरज नू बनाया, नमो चंद्र चंद्रे, नमो भान पाने। महाराज कहंदे ने सारियां नू रब ने बनाया, ते फिर तू उन्हां दी पूजा क्यों कर रहा है? तू सीधा ही परमात्मा दी पूजा कर। पूजा काल की, परचा शब्द का, दीदार खालसे के। सान ते सीधा सिद्धांत दे दिता। परचा शब्द, परचा की ज्ञान, ज्ञान शब्द तो लवो, शब्द सानू ज्ञान दे रहे कि जागत जोत जपै निसबासर, एक बिना मन नैक ना आने, पूरन प्रेम प्रतीत सजै, व्रत घोड़ मड़ी मठ भूल ना माने। तू किसे व्रत ते, किसे मड़ी ते, किसे घोड़ ते, मठ ते, किसे दी पूजा नहीं करनी। एक तो इलावा किसे नू नहीं तू नहीं मनना। सगल द्वार को छाड़ के गयो द्वार द्वार, बाहेंगे कि लाज गोबिंदास द्वार। मारे ते तो कहते ने पाए गहे जब ते तुमरे तब ते, को आंख तेरे नहीं आन्यो। कहते जब तो मैं तेरी शरण गया ना, तन्नू तेरे चरण फड़े ने, पाए गहे जब ते, पाएंगे जब ते तुमरे, मतलब तब तो मैं तेरी शरण ही आया वहां। सिमरत शास्त्र बेद सबै वो भेद गया मेक ना मान्यो। मैं सब नू हुन राम रहीम पुराण कुरान अनेक कह मत एक ना मान्यो। श्री अस्पान कृपा तुमरी कर मैं न कहो सब तोए बखान्यो। मैं हुण किसे नू नहीं पूजदा, मैं किसे शरीर नू नहीं पूजदा, पर कहंदे ने श्री अस्पान कृपा तुमरी। मैं सिर्फ अपने कोलों नहीं कह रहा, मनु जो परमात्मा बुला रहा मैं उही बोल रहा।
पाएंगे जब ते तुमरे ताप ते को आंक तरे नियान्यो। राम रहीम पुराण कुरान अनेक अहमत एक न मान्यो। सिमरत शास्त्र बेद सब है वो भेद के हम एक न जान्यो। सिरी अस्पान किरपा तुमरी कर मैं न कहो सब तोए बखान्यो। कहते मैं कुछ नहीं कर रहा, मनु जो बखान करवा रहा बुला रहा है ना वो परमात्मा बुला रहा। मैं किसी का पुजारी नहीं हाँ, मैं सत्कार सब का करना वा ते सिर्फ पूजा अकाल की करना वा। सानू इस तरह का पुजारी बनाया है अकाल का, तो फिर असी अकाल बारे समझांगे तो पता लगेगा ना। हुण सानू अपने माता पिता बारे समझ सी तां ही असी उन्हां दा सत्कार करीदा कि इन्हां ने साडे वास्ते किन्नी घालना करके सानू वड्डा कीता है। तो जे सानू परमात्मा बारे जब तक समझ ही नहीं आएगी, असी खाली मम्मी 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 पापा 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 सारा दिन करते रहिए, सानू समझ आएगी नहीं। जब तक माता पिता के गुण सानू समझ नहीं आएंगे असी सत्कार नहीं कर पावांगे। सानू उन्हां दी डूंघाई का नहीं पता लगेगा, तद तक सानू नहीं पता उन्होंने असी सत्कार नहीं दे पाना। तो गुरु साहब ने सानू इत्थे इह तरह का एक विचार दिता है कि परमात्मा बारे नॉलेज लै। जदों तैनूं ज्ञान हो जाएगा तेरे सामने तैनूं पिक्चर सामने हो जाएगी कि सारे ही मांगू काहे रंग सब देखो तुम ही ते मेरो निस्तार। तू ही तो एक है, बाकी तो सारे भिखारी ने, कोई किसी को नहीं दे सकता। तो गुरु साहब कहते हैं वो फिर भगत बन जाता है जिहड़ा नाम सुनता है समझदा है। नानक भगतां सदा विगास सुनै दुख पाप का नाश, वो सारे दुख पाप नाश हो जाते हैं। गुरु महाराज बख्शिश करन ये सुनने का असी ज्ञान सतगुरु पासों प्राप्त किया है। तो भुल्लां चुकां दी खिमा कर देना। बचन गुरु दे ने चंगे होण अपने हिरदे विच वसाओ। अगां महाराज किरपा करन आउण वाले समय विच मन्नण दी, हुण जिन्हां ने ध्यान नाल सुनिया वो हुण मन्नण दी पौड़ी चढ़नगे। तो महाराज किरपा करन सारियां ते मेहर भरिया हथ रखन। भुल्लां चुकां दी खिमा। वाहिगुरू जी का खालसा वाहिगुरू जी की फतेह।